सत श्री अकाल दोस्तों। अज ये किस्सा काव का जो दूसरा लैसन है, पहला लैसन आप कर चुके हैं जी। उहदे विच आपां किस्सा काव के जन्म विकास बारे गल कीती हैगी। सारे किस्साकारां बारे संखेप दे विच गल कीती हैगी। अज इन्हां किस्साकारां बारे विस्तार सहित आपां जाणदे हांगे। सो अज किस्साकार ने सारे अपने कोले उन्हां दे जीवन बारे ते उन्हां ने होर रचनावां बारे जो गल्लां ने खास उन्हां बारे गल करांगे। सो सब तो पहला किस्साकार दमोदर सी, जां मोढी किस्साकार है वो दमोदर सीगा। इहने हीर लिखी सी। इहने हीर सी जो सूत्रक शैली दे विच सी ते दवैया छंद दे विच लिखी हुई सी। 1927 विच बाबा गंगा सिंह बेदी ने इन्हां दी हीर बारे चानना पाया सी, इन्हां दी हीर नूं अगे लैके आए सी ते ਉਹਨੂੰ संपादित कीता सीगा। सो इहने दवैया छंद दे विच लिखिया सी। ये याद रखण जो गल हैगी। अगला किस्साकार पीलू है। पीलू ने मिर्जा ਸਾਹਿਬਾਂ लिखिया। गुरु नानक काल का किस्साकार है। इन्हें सद काव्य रूप दे विच, सद काव्य रूप बारे आपां गुरमत काव्य दे विच विस्तार सहित जाणिया सीगा कि सद की हुंदा है। ये पीलू ने किस्सा लिखिया सी सद काव्य रूप दे विच। सो यह पंजाबी का पहला ते आखिरी किस्सा है जो सद काव्य रूप दे विच लिखिया गया सी। इस्त्रियां बारे निंदात्मक टिप्पणियां सी जो जिवें रन शब्द सी जां होर गल्लां सीगीआं, वो सब तो पहलां किस्सिਆਂ दे विच पीलू ने ही इहदी शुरुआत कीती सी। सो इहने माझी भाषा वरती है ते जो मिर्जा ਸਾਹਿਬ है इहदा दुखांतक किस्सा है। यह सारे किस्सा काव का पहला दुखांतक किस्सा है मिर्जा ਸਾਹਿਬਾਂ ਦਾ, ਜਿਹਦੇ ਵਿੱਚ दुखांत आया ਸੀਗਾ। क्योंकि जो दमोदर का किस्सा ਸੀਗਾ हीर ਰਾਂਝਾ ਉਹ ਸੁਖਾਂਤ ਦੇ ਵਿੱਚ ਸੀਗਾ। ਸੁਖਾਂਤ ਤੋਂ ਭਾਵ ਹੁੰਦਾ ਵੀ ਦਮੋਦਰ ਨੇ ਹੀਰ ਤੇ ਰਾਂਝੇ ਨੂੰ ਜਿਉਂਦਾ ਹੀ ਰੱਖਿਆ ਸੀਗਾ, ਉਹਨਾਂ ਦੀ ਮੌਤ ਨਹੀਂ ਦਿਖਾਈ। ਉਹਨੇ ਦੱਸਤਾ ਕਿ ਉਹ ਮੱਕੇ ਵੱਲ ਤੁਰ ਗਏ ਦੋਵੇਂ ਇਕੱਠੇ ਹੋ ਕੇ। ਇਹ ਸੁਖਾਂਤਕ ਹੈ। ਦੁਖਾਂਤ ਦੇ ਵਿੱਚ ਇਹ ਹੁੰਦਾ ਵੀ ਦੋਨਾਂ ਦੀ ਮੌਤ ਹੋ ਜਾਂਦੀ ਹੈਗੀ। ਜਿਵੇਂ ਵਾਰਿਸ ਸ਼ਾਹ ਨੇ ਦੁਖਾਂਤਕ ਕਿੱਸਾ ਲਿਖਿਆ ਹੈਗਾ ਹੀਰ ਦਾ। ਅੱਗੇ ਹਾਫਿਜ਼ ਬਰਖੁਰਦਾਰ ਹੈ ਅਗਲਾ ਕਿੱਸਾਕਾਰ। ਇਹਨੇ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਤੇ ਯੂਸਫ ਜਲੈਖਾਂ ਦੇ ਕਿੱਸੇ ਲਿਖੇ ਨੇ। ਯੂਸਫ ਜਲੈਖਾਂ ਸੀ ਜੋ ਪਹਿਲਾ ਵਿਦੇਸ਼ੀ ਕਿੱਸਾ ਹੈਗਾ ਪੰਜਾਬੀ ਦਾ, ਜੋ ਕਿ ਫਾਰਸੀ ਭਾਸ਼ਾ ਤੋਂ ਪੰਜਾਬੀ ਦੇ ਵਿੱਚ ਆਇਆ ਸੀ। ਤੇ ਜਿਸ ਤਰ੍ਹਾਂ ਮਿਰਜ਼ਾ ਸਾਹਿਬਾਂ ਨੂੰ ਆਪਣੇ ਪੰਜਾਬ ਦੀ ਮੰਨਿਆ ਜਾਂਦਾ ਹੈਗਾ, ਸੱਸੀ ਪੁੰਨੂ ਇੱਧਰ ਦੇ ਸੀ। ਸੋ ਯੂਸਫ ਜਲੈਖਾਂ ਪਹਿਲਾ ਵਿਦੇਸ਼ੀ ਕਿੱਸਾ ਸੀ ਜੋ ਕਿ ਦਵਈਆ ਛੰਦ ਦੇ ਵਿੱਚ ਲਿਖਿਆ ਗਿਆ ਸੀਗਾ। ਰਾਂਝਾ ਬਰਖੁਰਦਾਰ ਹੈ। ਰਾਂਝਾ ਬਰਖੁਰਦਾਰ ਨੇ ਵੀ ਲਗਭਗ ਇਹੀ ਕਿੱਸੇ ਲਿਖੇ ਨੇ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਤੇ ਯੂਸਫ ਜਲੈਖਾਂ। ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਅੱਗੇ ਅਹਿਮਦ ਗੁੱਜਰ ਹੈ। ਇਹਦੇ ਬਾਰੇ ਇਹਨਾਂ ਵੀ ਇਹਨੇ ਹੀਰ ਲਿਖੀ ਸੀ। ਉਹ ਬੈਂਤ ਛੰਦ ਦੇ ਵਿੱਚ ਸੀ ਤੇ ਦੁਖਾਂਤ ਸਭ ਤੋਂ ਪਹਿਲਾਂ ਹੀਰ ਦੇ ਵਿੱਚ ਅਹਿਮਦ ਗੁੱਜਰ ਨੇ ਵਰਤਿਆ ਸੀ। ਬੈਂਤ ਛੰਦ ਵੀ ਸਭ ਤੋਂ ਪਹਿਲਾਂ ਅਹਿਮਦ ਗੁੱਜਰ ਲੈ ਕੇ ਆਇਆ ਸੀਗਾ ਕਿੱਸਾ ਕਾਵ ਦੇ ਵਿੱਚ, ਪੰਜਾਬੀ ਕਿੱਸਾ ਕਾਵ ਦੇ ਵਿੱਚ। ਤੇ ਦੁਖਾਂਤ ਹੀਰ ਦੇ ਵਿੱਚ ਪਹਿਲਾਂ ਲੈ ਕੇ ਆਇਆ ਸੀ। ਪੰਜਾਬੀ ਕਿੱਸਾ ਕਾਵ ਦੇ ਵਿੱਚ ਸਭ ਤੋਂ ਪਹਿਲਾਂ ਦੁਖਾਂਤ ਪੀਲੂ ਲੈ ਕੇ ਆਇਆ ਸੀ ਤੇ ਪੰਜਾਬੀ ਕਿੱਸਾ ਕਾਵ ਦੇ ਵਿੱਚ ਹੀਰ ਦੇ ਕਿੱਸੇ ਵਿੱਚ ਅਹਿਮਦ ਗੁੱਜਰ ਲੈ ਕੇ ਆਇਆ ਸੀ। ਸੋ ਇਹ ਗੱਲਾਂ ਧਿਆਨ ਦੇਣ ਵਾਲੀਆਂ ਹੁੰਦੀਆਂ ਨੇ, ਸਮਝਣ ਵਾਲੀਆਂ ਹੁੰਦੀਆਂ ਨੇ। ਇਸੇ ਕਰਕੇ ਇਹਨਾਂ ਨੂੰ ਦੁਬਾਰੇ ਦੱਸਦਾ ਹੁੰਦਾ ਹੈਗਾ। ਸੋ ਇਹਨਾਂ ਨੂੰ ਯਾਦ ਰੱਖਣਾ ਹੈਗਾ। ਅਗਲਾ ਜੋ ਕਿੱਸਾਕਾਰ ਹੈ ਉਹ ਮੁਕਬਲ ਹੈ। ਮੁਕਬਲ ਦਾ ਨਾਮ ਸ਼ਾਹਜਹਾਨ ਵੀ ਹੈ। ਇਹਨਾਂ ਨੇ ਵੀ ਹੀਰ ਲਿਖੀ ਸੀ। ਇਹਦਾ ਜੋ ਹੀਰ ਦਾ ਐਂਡ ਸੀ ਉਹ ਸੁਖਾਂਤ ਦੇ ਵਿੱਚ ਸੀ, ਸੁਖਾਂਤਕ ਐਂਡ ਸੀ। ਇਹਨਾਂ ਨੇ ਵੀ ਬੈਂਤ ਲਿਖਿਆ ਸੀ ਲੰਬੀ ਸੁਰ ਵਾਲਾ। ਇਹਨਾਂ ਦਾ ਜੋ ਬੈਂਤ ਸੀ ਉਹ ਅਹਿਮਦ ਗੁੱਜਰ ਨਾਲੋਂ ਕੁਝ ਹੱਦ ਤੱਕ ਸਹੀ ਸੀਗਾ। ਇਹਨਾਂ ਨੇ ਵੀ ਇਸਤਰੀ ਨਿੰਦਿਆ ਆਪਣੇ ਕਿਸੇ ਦੇ ਵਿੱਚ ਕੀਤੀ ਹੈ। ਸਭ ਤੋਂ ਪਹਿਲਾਂ ਜੋ ਪੀਲੂ ਨੇ ਸ਼ੁਰੂਆਤ ਕੀਤੀ ਸੀ, ਸੋ ਇਹਨਾਂ ਨੇ ਵੀ ਉਹ ਜੋ ਨਿੰਦਾਤਮਕ ਟਿੱਪਣੀਆਂ ਨੇ ਉਹ ਆਪਣੇ ਕਿਸੇ ਦੇ ਵਿੱਚ ਕੀਤੀਆਂ ਨੇ। ਅੱਗੇ ਵਾਰਿਸ ਸ਼ਾਹ 1725 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। 1795 ਈਸਵੀ ਦੇ ਵਿੱਚ ਇਹਨਾਂ ਦੀ ਡੈਥ ਹੋਈ ਹੈ। 18ਵੀਂ ਸਦੀ ਦਾ ਬਹੁਤ ਮਸ਼ਹੂਰ ਕਿੱਸਾਕਾਰ ਹੈ ਤੇ ਪੰਜਾਬੀ ਕਿੱਸਾਕਾਰਾਂ ਦੇ ਵਿੱਚ ਸਭ ਤੋਂ ਜੋ ਸਰਬੋਤਮ ਥਾਂ ਉਹ ਇਹਨਾਂ ਨੂੰ ਹੀ ਮਿਲਿਆਗਾ। ਇਹਨਾਂ ਨੇ ਜੋ ਬੈਂਤ ਛੰਦ ਦੇ ਵਿੱਚ ਹੀਰ ਲਿਖੀ ਸੀ ਬੜੀ ਕਮਾਲ ਦੀ ਸੀ। ਹੀਰ ਤੇ ਬੈਂਤ ਦੋਵੇਂ ਇੱਕ ਦੂਜੇ ਦੇ ਸਮਰੂਪ ਹੋ ਗਏ ਸੀਗੇ। ਇਸ ਤਰ੍ਹਾਂ ਦਾ ਇਹਨਾਂ ਨੇ ਬੈਂਤ ਵਰਤਿਆ ਸੀਗਾ। ਸੋ ਮਖਦੂਮ ਮੁਰਤਜ਼ਾ ਇਹਨਾਂ ਦੀ ਮੁਰਸ਼ਦ ਦਾ ਨਾਮ ਸੀ। ਭਾਗ ਭਰੀ ਨਾਂ ਦੀ ਔਰਤ ਦੇ ਨਾਲ ਇਹਨਾਂ ਦਾ ਪ੍ਰੇਮ ਸੀਗਾ। ਸੋ ਦੱਸਿਆ ਜਾਂਦਾ ਵੀ ਉਹਦੇ ਪ੍ਰੇਮ ਦਾ ਕਰਕੇ ਇਹਨਾਂ ਨੇ ਇਹ ਕਿੱਸਾ ਲਿਖਿਆ। ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਕਿੱਸੇ ਦਾ ਨਿਭਾਅ ਸੀਗਾ, ਕਿਉਂਕਿ ਵਾਰਿਸ ਸ਼ਾਹ ਤੋਂ ਪਹਿਲਾਂ ਵੀ ਬੜੇ ਕਿੱਸੇ ਲਿਖੇ ਗਏ, ਹੀਰ ਦੇ ਬਾਅਦ ਦੇ ਵਿੱਚ ਵੀ ਬਹੁਤ ਕਿੱਸੇ ਲਿਖੇ ਗਏ, ਪਰ ਕਿੱਸੇ ਦਾ ਨਿਭਾਅ ਸੀ ਜੋ ਵਾਰਿਸ ਸ਼ਾਹ ਦਾ ਸੀ ਬਹੁਤ ਕਮਾਲ ਦਾ ਸੀ, ਜਿਸ ਕਰਕੇ ਇਹਨਾਂ ਦਾ ਕਿੱਸਾ ਸੀ ਜੋ ਇੰਨਾ ਮਸ਼ਹੂਰ ਰਿਹਾ। ਇਹਨਾਂ ਨੇ ਇਹਦਾ ਐਂਡ ਸੀ ਜੋ ਦੁਖਾਂਤ ਦੇ ਵਿੱਚ ਕੀਤਾ, ਦੁਖਾਂਤਕ ਐਂਡ ਸੀਗਾ। ਭਾਵ ਕਿ ਹੀਰ ਤੇ ਰਾਂਝਾ ਸੀ ਜੋ ਉਹਨਾਂ ਨੂੰ ਮਰਿਆ ਹੋਇਆ ਦਿਖਾਇਆ ਇਹਨਾਂ ਨੇ ਵੀ ਉਹਨਾਂ ਦੀ ਮੌਤ ਹੋ ਗਈ ਸੀ। ਪੰਜਾਬੀ ਸੱਭਿਆਚਾਰ ਦੀ ਜੋ ਇਹਨਾਂ ਨੇ ਤਸਵੀਰ ਪੇਸ਼ ਕੀਤੀ ਹੈਗੀ ਉਹ ਵੀ ਬਾ ਕਮਾਲ ਹੈ। ਆਪਣੇ ਕਿੱਸੇ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡੇ ਪੱਧਰ 'ਤੇ ਇਹਨਾਂ ਨੇ ਲਿਖਿਆ ਹੈਗਾ, ਚਿਤਰਿਆ ਹੈਗਾ, ਉਹਦਾ ਚਿਤਰਨ ਕੀਤਾ ਹੈਗਾ। ਸੋ ਲਹਿੰਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਆਪਣਾ ਇਹ ਕਿੱਸਾ ਲਿਖਿਆ ਸੀ। ਅੱਗੇ ਹੈ ਚਿਰਾਗ ਅਵਾਨ। ਇਹਨਾਂ ਨੇ ਵੀ ਹੀਰ ਲਿਖੀ ਹੈ। ਲਹਿੰਦੀ ਉਪਭਾਸ਼ਾ ਹੀ ਇਹਨਾਂ ਨੇ ਵਰਤੀ ਹੈ। ਇਹਨਾਂ ਨੇ ਵੀ ਦਵਈਆ ਛੰਦ ਵਰਤਿਆ।
ਸੋ UGC ਨੈਟ ਦੇ ਵਿੱਚ ਜੋ ਕੁਐਸਚਨ ਆਇਆ ਸੀ ਉਹਦੇ ਵਿੱਚ 4 ਕਿੱਸਾਕਾਰਾਂ ਦੇ ਨਾਮ ਦਿੱਤੇ ਹੋਏ ਸੀ। ਅੱਗੇ ਪੁੱਛਿਆ ਗਿਆ ਸੀ ਵੀ 2 ਇਹੋ ਜਿਹੇ ਕਿੱਸਾਕਾਰ ਦੱਸੋ ਜਿਨ੍ਹਾਂ ਨੇ ਦਵਈਆ ਛੰਦ ਦੇ ਵਿੱਚ ਕਿੱਸਾ ਲਿਖਿਆ, ਤਾਂ ਉਹ ਚਿਰਾਗਵਾਨ ਤੇ ਦਮੋਦਰ ਸੀ। ਇਹ ਜੁੱਟ ਸਹੀ ਬਣਦਾ ਸੀ, ਦਮੋਦਰ ਨੇ ਵੀ ਲਿਖਿਆ, ਚਿਰਾਗਵਾਨ ਨੇ ਵੀ ਲਿਖਿਆ। ਅੱਗੇ ਹਾਮਦ ਹੈ, ਹਾਮਦ ਨੇ ਵੀ ਹੀਰ ਲਿਖੀ ਹੈ ਬੈਂਤ ਛੰਦ ਦੇ ਵਿੱਚ। ਇਹ ਕੋਈ ਮਸ਼ਹੂਰ ਨਹੀਂ ਹੈਗਾ ਜ਼ਿਆਦਾ, ਬਸ ਇਹਨੂੰ ਆਪਾਂ ਕਈ ਵਾਰ ਕਰਮਵਾਰ ਪੁੱਛ ਲੈਂਦੇ, ਉਹਦਾ ਕਰਕੇ ਆਪਾਂ ਇਹਨੂੰ ਯਾਦ ਰੱਖਣਾ ਹੈਗਾ। ਅੱਗੇ ਆੜਤ ਹੈ, ਆੜਤ ਨੇ ਸੱਸੀ ਲਿਖੀ ਸੀ ਮਸਨਵੀ ਕਾਵਿ ਰੂਪ ਦੇ ਵਿੱਚ। ਮਸਨਵੀ ਫਾਰਸੀ ਦਾ ਕਾਵਿ ਰੂਪ ਹੈ, ਆਪਾਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ, ਪਹਿਲੇ ਚੈਪਟਰ ਦੇ ਸ਼ੁਰੂ ਵਿੱਚ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ। ਦੋਲੇ ਸੱਸੀ ਪੁੰਨੂ ਕਿਹਦੀ ਰਚਨਾ ਹੈਗੀ? ਮਾਝਾਂ ਸੱਸੀ ਦੀਆਂ। ਇਹ ਵੀ ਦੋਨੇ ਆੜਤ ਦੀਆਂ ਰਚਨਾਵਾਂ ਨੇ। ਅੱਗੇ ਆ ਬਿਹਬਲ, ਬਿਹਬਲ ਨੇ ਵੀ ਹੀਰ ਲਿਖੀ ਹੈ ਮਸਨਵੀ ਕਾਵਿ ਰੂਪ ਦੇ ਵਿੱਚ, ਤੇ ਇੱਕ ਸੱਸੀ ਪੁੰਨੂ ਦਾ ਕਿੱਸਾ ਹੈਗਾ ਜੋ ਇਹਨਾਂ ਨੇ ਲਿਖਿਆ ਹੈਗਾ। ਬਿਹਬਲ ਦੀਆਂ ਡਿਉਡਾਂ ਵੀ ਮਸ਼ਹੂਰ ਨੇ, ਕਿਹਾ ਜਾਂਦਾ ਵੀ ਇਹਨਾਂ ਨੇ ਡਿਉਡਾਂ ਵੀ ਲਿਖੀਆਂ ਸੀ ਬਿਹਬਲ ਦੁਆਰਾ। ਅਗਲਾ ਜੋ ਕਿੱਸਾਕਾਰ ਹੈ ਉਹ ਸੁੰਦਰ ਦਾਸ ਆਰਾਮ ਹੈ। ਇਹਨਾਂ ਨੇ ਸੱਸੀ ਪੁੰਨੂ ਮਸਨਵੀ ਕਾਵਿ ਰੂਪ ਦੇ ਵਿੱਚ ਲਿਖਿਆ। ਹੁਣ ਤੁਸੀਂ ਇਹ ਯਾਦ ਰੱਖਣਾ ਵੀ ਮਸਨਵੀ ਦੇ ਵਿੱਚ ਕਿਹਨਾਂ ਨੇ ਕਿੱਸੇ ਲਿਖੇ ਹੈਗੇ। ਇਹ ਇੱਕ ਕਾਵਿ ਰੂਪ ਸੀਗਾ, ਭਾਵ ਕਿ ਇੱਕ ਢਾਂਚਾ ਸੀਗਾ ਵੀ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਕਿੱਸਾ ਲਿਖਣਾ ਹੈਗਾ। ਇਹਨਾਂ ਨੇ ਅਨੁਪਰਾਸ ਅਲੰਕਾਰ ਦੀ ਬਹੁਤ ਵਰਤੋਂ ਕੀਤੀ ਹੈਗੀ। ਫਜ਼ਲ ਸ਼ਾਹ ਨੇ ਵੀ ਕੀਤੀ ਸੀ ਅਨੁਪਰਾਸ ਅਲੰਕਾਰ ਦੀ, ਸੁੰਦਰ ਦਾਸ ਆਰਾਮ ਨੇ ਵੀ ਕੀਤੀ ਹੈ। ਆਪਾਂ ਫਜ਼ਲ ਸ਼ਾਹ ਦੇ ਵਿੱਚ ਜਾ ਕੇ ਵੀ ਗੱਲ ਕਰਾਂਗੇ ਅਨੁਪਰਾਸ ਬਾਰੇ। ਸੋ ਸਦੀਕ ਲਾਲੀ ਨੇ ਯੂਸਫ ਜਲੈਖਾਂ ਦਾ ਕਿੱਸਾ ਲਿਖਿਆ ਜੋ ਕਿ ਲਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਸੀਗਾ। ਅਬਦੁਲ ਹਕੀਮ ਬਹਾਵਲਪੁਰੀ ਇਹ ਤੋਂ ਬਾਅਦ ਕਿੱਸਾਕਾਰ ਹੈਗਾ ਇੱਕ। ਇਹਦੇ ਬਾਰੇ ਆਪਾਂ ਜਸਟ ਬਸ ਇਹਨੂੰ ਕਰਮਵਾਰ ਦਾ ਕਰਕੇ ਹੀ ਆਪਾਂ ਲਿਖ ਲਿਆ, ਨਹੀਂ ਕੋਈ ਜ਼ਿਆਦਾ ਲੋੜ ਨਹੀਂ ਸੀ ਇਹਨਾਂ ਦੀ ਵੀ। ਅੱਗੇ ਹਾਸ਼ਮ ਹੈ, ਹਾਸ਼ਮ ਦਾ ਜਨਮ 1752 ਈਸਵੀ ਦੇ ਵਿੱਚ ਤੇ 1823 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਸੱਸੀ ਪੁੰਨੂ ਦਾ ਕਿੱਸਾ ਸੀ ਜੋ ਦਵਈਆ ਛੰਦ ਦੇ ਵਿੱਚ ਇਹਨਾਂ ਨੇ ਲਿਖਿਆ। ਇਹਨੇ ਵੀ ਦਵਈਆ ਛੰਦ ਵਰਤਿਆ ਹੈਗਾ। 208 ਦੋਹੜੇ ਇਹਨਾਂ ਨੇ ਤੇ ਡਿਉਡਾਂ ਦੀ ਰਚਨਾ ਕੀਤੀ ਹੈਗੀ। ਸੋ ਇਹ ਕਿੱਸਾਕਾਰ ਵੀ ਸੀ, ਹਾਸ਼ਮ ਸੂਫੀ ਵੀ ਹੈ, ਇਹਨੂੰ ਵੀ ਯਾਦ ਰੱਖਣਾ। ਕਈ ਵਾਰੀ ਪੁੱਛ ਲੈਂਦੇ ਹੈਗੇ ਕਿ ਕਿੱਸਾ ਕਾਵਿ ਦੇ ਵਿੱਚ ਕੋਈ ਸੂਫੀ ਦੱਸੋ ਜੋ ਸੂਫੀ ਸੀ, ਤਾਂ ਹਾਸ਼ਮ ਸੀ ਜੋ ਸੂਫੀਆਂ ਦੇ ਵਿੱਚ ਵੀ ਆ ਜਾਂਦਾ ਸੀਗਾ। ਵੈਸੇ ਫਜ਼ਲ ਸ਼ਾਹ ਦਾ ਨਾਮ ਵੀ ਆਉਂਦਾ ਸੂਫੀਆਂ ਦੇ ਵਿੱਚ, ਪਰ ਮਸ਼ਹੂਰ ਹਾਸ਼ਮੀ ਹੈਗਾ। ਸੋ ਇਹਨਾਂ ਨੇ ਸੋਹਣੀ ਵੀ ਪਹਿਲੀ ਵਾਰੀ ਲਿਖੀ ਸੀ। ਸੋਹਣੀ ਮਹੀਵਾਲ ਦਾ ਕਿੱਸਾ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਲਿਖਿਆ। ਸ਼੍ਰੀ ਫਰਹਾਦ ਦਾ ਕਿੱਸਾ ਵੀ ਹਾਸ਼ਮ ਨੇ ਪਹਿਲੀ ਵਾਰੀ ਲਿਆਂਦਾ। ਸੋ ਸੋਹਣੀ ਦਾ ਕਿੱਸਾ ਵੀ ਇਹਨਾਂ ਨੇ ਦਵਈਆ ਛੰਦ ਦੇ ਵਿੱਚ ਲਿਖਿਆ ਸੀ। ਹੀਰ ਦਾ ਕਿੱਸਾ ਸੀ ਜੋ ਸ਼ੇਅਰ ਫੀ ਕਾਵਿ ਰੂਪ ਦੇ ਵਿੱਚ ਲਿਖਿਆ ਸੀ। ਇਹ ਗੱਲਾਂ ਯਾਦ ਰੱਖਣੀਆਂ ਨੇ। ਮੈਂ ਚਾਹੁੰਦਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਇਹਦੇ ਨੋਟਸ ਬਣਾ ਲਓ, ਕਿਉਂਕਿ ਮੈਂ ਸਿਰਫ ਤੇ ਸਿਰਫ ਕੁਝ ਕੁ ਯਾਦ ਰੱਖਣ ਦੇ ਲਈ ਹੀ ਇਹਦੇ ਉੱਤੇ ਲਿਖਦਾ ਹੁੰਦਾ ਹੈਗਾ, ਤੇ ਕੁਝ ਕੁ ਗੱਲਾਂ ਨੇ ਜੋ ਮੈਂ ਤੁਹਾਨੂੰ ਮੂੰਹ ਜ਼ਬਾਨੀ ਦੱਸਦਾ ਹੁੰਦਾ। ਸੋ ਮੈਂ ਚਾਹੁੰਦਾ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਜੋ ਨੋਟਸ ਨੇ ਉਹ ਤਿਆਰ ਕਰ ਲਓ, ਤੁਹਾਨੂੰ ਸੌਖਾ ਰਹੂਗਾ। ਅੱਗੇ ਅਹਿਮਦ ਜਾਰ ਆ ਗਿਆ। ਇਹਦਾ 1768 ਈਸਵੀ ਦੇ ਵਿੱਚ ਜਨਮ ਹੋਇਆ ਸੀ। 1848 ਈਸਵੀ 'ਚ ਡੈਥ ਹੋਈ ਸੀ। 45 ਤੋਂ ਲੈ ਕੇ 40 ਕਿੱਸੇ ਇਹਨਾਂ ਦੇ ਨਾਮ ਹੈ। ਸਭ ਤੋਂ ਵੱਧ ਕਿੱਸੇ ਪਹਿਲਾਂ 18ਵੀਂ ਸਦੀ ਦੇ ਵਿੱਚ, 19ਵੀਂ ਸਦੀ ਦੇ ਵਿੱਚ ਇਹਨਾਂ ਦੇ ਨਾਂ ਗਏ। 35-40 ਕਿੱਸੇ ਇਹਨਾਂ ਨੇ ਲਿਖੇ ਸੀਗੇ। ਸੋ ਕਿਹਾ ਜਾਂਦਾ ਹੈਗਾ ਵੀ ਬਹੁਤ ਜ਼ਿਆਦਾ ਕਿੱਸੇ, ਬਹੁਤ ਜ਼ਿਆਦਾ ਵਾਧਾ ਇਹਨਾਂ ਨੇ ਕੀਤਾ ਸੀਗਾ। ਜਿਹੜੇ ਕਿੱਸੇ ਕਿਸੇ ਨੇ ਨਾਂ ਵੀ ਨਹੀਂ ਸੁਣੇ ਸੀ ਉਹ ਵੀ ਇਹਨਾਂ ਨੇ ਲਿਖੇ। ਸੋ ਕਿੱਸਿਆਂ ਬਾਰੇ ਦੱਸਦੇ ਤਾਂ ਇੱਥੇ ਬਹੁਤ ਵੱਡੀ ਲਿਸਟ ਹੋ ਜਾਣੀ ਸੀ। ਲਗਭਗ ਹੀ ਮੰਨ ਲਓ ਵੀ ਸਾਰੇ ਕਿੱਸੇ ਇਹਨੇ ਲਿਖੀ ਸੀ ਇੱਕ ਵਾਰ। ਤਾਂ ਇਹਨੇ ਦਵਈਆ ਛੰਦ ਵਰਤਿਆ, ਦੋਹਰਾ ਛੰਦ ਵਰਤਿਆ, ਬੈਂਤ ਛੰਦ ਦੀ ਵਰਤੋਂ ਕੀਤੀ ਸੀ। ਅਹਿਸਨੁਲ ਕਸਿਸ ਜੋ ਇਹਦਾ ਇਹ ਕਿੱਸਾ ਸੀਗਾ, ਇਹਦੇ ਵਿੱਚ ਇਹਨੇ ਕਿੱਸਾਕਾਰਾਂ ਦੇ ਬਾਰੇ ਕੁਝ ਕੁ ਟਿੱਪਣੀਆਂ ਕੀਤੀਆਂ ਸੀ। ਉਹਦੇ ਐਂਡ ਦੇ ਵਿੱਚ 50-60 ਜੋ ਬੈਂਤ ਸੀਗੇ ਜਾਂ ਇਹਨੇ ਪਿੱਛੇ ਟੱਪੇ ਵਰਤੇ ਸੀਗੇ, ਉਹਨਾਂ ਦੇ ਵਿੱਚ ਇਹਨੇ ਕਿੱਸਾਕਾਰਾਂ ਬਾਰੇ ਟਿੱਪਣੀਆਂ ਕੀਤੀਆਂ ਸੀ ਆਲੋਚਨਾਤਮਕ, ਜਿਵੇਂ ਬਾਰੇ ਸ਼ਾਹ ਸੁਖਨ ਦਾ ਵਾਰਿਸ, ਇਸ ਤਰ੍ਹਾਂ ਦੀਆਂ ਟਿੱਪਣੀਆਂ ਸੀਗੀਆਂ। ਅੱਗੇ ਇਮਾਮ ਬਖਸ਼ ਹੈ। ਇਮਾਮ ਬਖਸ਼ ਦਾ ਜੋ ਜਨਮ ਹੈ 1778 ਈਸਵੀ ਦੇ ਵਿੱਚ ਹੋਇਆ। 1700 ਅਗਲਾ ਕਿੱਸਾਕਾਰ ਇਮਾਮ ਬਖਸ਼ ਹੈ। 1778 ਈਸਵੀ ਦੇ ਵਿੱਚ ਜਨਮ ਹੋਇਆ। 1863 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਸ਼ਾਹ ਬਹਿਰਾਮ ਨਾਮ ਦਾ ਕਿੱਸਾ ਇਹਨਾਂ ਨੇ ਲਿਖਿਆ ਹੈ, ਬਹੁਤ ਮਸ਼ਹੂਰ ਕਿੱਸਾ ਹੈਗਾ। ਸੋ ਰੋਮਾਂਟਿਕ ਧਾਰਾ ਦਾ ਜਨਮਦਾਤਾ ਕਿੱਸਾ ਕਾਵਿ ਦੇ ਵਿੱਚ ਜੋ ਰੋਮਾਂਟਿਕ ਧਾਰਾ ਸੀਗੀ, ਰੋਮਾਂਟਿਕ ਜਾਂ ਸਦਾਚਾਰਕ ਕਿੱਸਿਆਂ ਬਾਰੇ ਵੀ ਆਪਾਂ ਪਹਿਲੇ ਚੈਪਟਰ ਦੇ ਵਿੱਚ ਗੱਲ ਕੀਤੀ ਸੀ। ਸੋ ਰੋਮਾਂਟਿਕ ਧਾਰਾ ਨੂੰ ਜਿਹਨੇ ਜਨਮ ਦਿੱਤਾ ਆਪਣੇ ਕਿੱਸੇ ਦੇ ਵਿੱਚ ਜਾਂ ਕਿੱਸੇ ਰਾਹੀਂ ਪੰਜਾਬੀ ਕਿੱਸਾ ਕਾਵਿ ਦੇ ਵਿੱਚ, ਤਾਂ ਉਹ ਇਮਾਮ ਬਖਸ਼ ਸੀ, ਜਿਨ੍ਹਾਂ ਨੇ ਸ਼ਾਹ ਬਹਿਰਾਮ ਦਾ ਕਿੱਸਾ ਲਿਖਿਆ। ਕਾਫੀ ਮਸ਼ਹੂਰ ਕਿੱਸਾ ਇਹ ਇਹਨਾਂ ਦਾ। ਅਗਲੇ ਕਿੱਸਾਕਾਰਾਂ ਦੇ ਵਿੱਚ ਪੀਰ ਸਿੰਘ ਤੇ ਜੋਗ ਸਿੰਘ ਦਾ ਨਾਮ ਆਉਂਦਾ ਹੈ। ਇਹ ਪਹਿਲੇ ਸਿੱਖ ਕਿੱਸਾਕਾਰ ਕਵੀ ਸਨ ਜਿਨ੍ਹਾਂ ਨੇ ਕਿੱਸੇ ਲਿਖੇ। ਪੀਰ ਸਿੰਘ ਨੇ ਹੀਰ ਦਾ ਕਿੱਸਾ ਲਿਖਿਆ, ਜਿਸ ਦੇ ਵਿੱਚ 283 ਝੂਲਣੇ ਨੇ ਤੇ ਇੱਕ ਕਵਿਤ ਹੈ।
ਸੋ ਅੱਗੇ ਜੋਗ ਸਿੰਘ ਜੋ ਇਹਨਾਂ ਨੇ ਕਵਿਤਾਂ ਦੇ ਵਿੱਚ ਹੀਰ ਲਿਖੀ ਹੈ, ਕਵਿਤਾਂ ਦੇ ਵਿੱਚ ਜੋ ਹੀਰ ਹੈ ਸਭ ਤੋਂ ਵੱਧ ਮਸ਼ਹੂਰ ਹੋਈ ਉਹ ਭਗਵਾਨ ਸਿੰਘ ਦੀ ਹੀਰ ਸੀ। ਅੱਗੇ ਗੱਲ ਕਰਾਂਗੇ ਭਗਵਾਨ ਸਿੰਘ ਬਾਰੇ। ਅੱਗੇ ਕਾਦਰ ਯਾਰ ਹੈ, ਇਹ ਸਦੀ ਦਾ ਇਹ ਬਹੁਤ ਮਸ਼ਹੂਰ ਕਿੱਸਾਕਾਰ ਹੋਇਆ ਹੈਗਾ। 1800 ਈਸਵੀ ਦੇ ਵਿੱਚ ਜਨਮ ਹੋਇਆ ਇਹਨਾਂ ਦਾ, 1892 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈਗੀ। ਪੂਰਨ ਭਗਤ ਦਾ ਕਿੱਸਾ ਇਹਨਾਂ ਨੇ ਬੈਂਤ ਛੰਦ ਦੇ ਵਿੱਚ ਤੇ ਸ਼ੀਹਰਫੀ ਕਾਵਿ ਰੂਪ ਦੇ ਵਿੱਚ ਲਿਖਿਆ। ਇਹ ਯਾਦ ਰੱਖਣ ਵਾਲੀ ਗੱਲ ਹੈਗੀ ਕਿ ਪੂਰਨ ਭਗਤ ਦਾ ਜੋ ਕਿੱਸਾ ਸੀ ਉਹ ਬੈਂਤ ਛੰਦ ਦੇ ਵਿੱਚ ਸੀਗਾ ਸਾਰੇ ਦਾ ਸਾਰਾ, ਤੇ ਸ਼ੀਹਰਫੀ ਕਾਵਿ ਰੂਪ ਸੀ ਜੋ ਕਾਵਿ ਰੂਪ ਵਰਤਿਆ ਗਿਆ ਸੀ। ਜਿਸ ਤਰ੍ਹਾਂ ਗਜ਼ਲ, ਕਹਾਣੀ, ਇਹਨਾਂ ਦੇ ਕਾਵਿ ਰੂਪ ਵੱਖੋ ਵੱਖਰੇ ਨੇ, ਜਾਂ ਨਾਵਲ ਇੱਕ ਵੱਖਰੀ ਉਹਦਾ ਉਹ ਸਟਰਕਚਰ ਹੁੰਦਾ ਜੋ ਕਿ ਉਹਦਾ ਆਪਾਂ ਉੱਤੋਂ ਦੇਖ ਕੇ ਪਛਾਣ ਸਕਦੇ ਹਾਂ। ਜਿਹੜੀ ਚੀਜ਼ ਨੂੰ ਖੁੱਲੀ ਕਵਿਤਾ ਆਪਾਂ ਉੱਤੋਂ ਦੇਖ ਕੇ ਦੱਸ ਦੇਵਾਂਗੇ ਵੀ ਇਹ ਖੁੱਲੀ ਕਵਿਤਾ, ਜਾਂ ਗਜ਼ਲ ਬਾਰੇ ਆਪਾਂ ਦੇਖ ਕੇ ਜਾਂ ਦੋ ਲਾਈਨਾਂ ਪੜ੍ਹ ਕੇ ਦੱਸ ਦੇਵਾਂਗੇ। ਇਸ ਤਰ੍ਹਾਂ ਇਹ ਸ਼ੀਹਰਫੀ ਕਾਵਿ ਰੂਪ ਦੇ ਵਿੱਚ ਲਿਖਿਆ ਗਿਆ ਕਿੱਸਾ ਸੀਗਾ। ਸੋ ਇਹਦੇ ਕਿੱਸੇ ਦੇ ਵਿੱਚ ਨੈਤਿਕਤਾ ਜਾਂ ਸਦਾਚਾਰ ਦੀ ਗੱਲ ਹੋਈ ਸੀਗੀ, ਜੋ ਕਿ ਸਾਡੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਸਮਾਜ ਦੀਆਂ, ਉਹਨਾਂ ਦੀ ਗੱਲ ਕੀਤੀ ਗਈ ਸੀ। ਸੋ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ। ਇਹ ਸਧਾਰਨ ਜਿਹਾ ਕਿੱਸਾ ਹੈਗਾ, ਸਿੱਧ ਪੱਧਰਾ ਵਰਣਨ ਕੀਤਾ ਉਹਦੇ ਵਿੱਚ, ਬਿਲਕੁਲ ਕੋਈ ਜ਼ਿਆਦਾਤਰ ਇਹਨੇ ਬਲ ਫੇਰ ਪਾ ਕੇ ਨਹੀਂ ਇਹ ਕਿੱਸਾ ਲਿਖਿਆ, ਬਿਲਕੁਲ ਸਿੱਧ ਪੱਧਰਾ ਕਿੱਸਾ ਹੈਗਾ ਇਹਦਾ। ਹੋਰ ਰਚਨਾਵਾਂ ਨੇ ਜੋ ਸ਼ੀਹਰਫੀ ਹਰੀ ਸਿੰਘ ਨਲੂਆ, ਮਹਿਰਾਜਨਾਮਾ ਤੇ ਰਾਣੀ ਕੋਕਲਾਂ ਦੀ ਵਾਰ, ਇਹ ਵੀ ਕਾਦਰ ਯਾਰ ਦੀਆਂ ਰਚਨਾਵਾਂ ਨੇ। ਅੱਗੇ ਫਜ਼ਲ ਸ਼ਾਹ ਆ ਗਿਆ, 1828 ਈਸਵੀ ਦੇ ਵਿੱਚ ਜਨਮ ਹੋਇਆ, 1890 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈਗੀ। ਸੋਹਣੀ ਮਹੀਵਾਲ ਦਾ ਕਿੱਸਾ ਬਹੁਤ ਮਸ਼ਹੂਰ ਕਿੱਸਾ ਹੋਇਆ ਇਹਨਾਂ ਦਾ। ਸੋਹਣੀ ਮਹੀਵਾਲ ਪਹਿਲਾਂ ਵੀ ਕਿੱਸੇ ਲਿਖੇ ਗਏ ਸੀ, ਪਰ ਇਹਨਾਂ ਨੇ ਕਮਾਲ ਕੀਤੀ ਹੈ ਕਿਸੇ ਦੇ ਵਿੱਚ, ਬੈਂਤ ਛੰਦ ਦੇ ਵਿੱਚ ਲਿਖਿਆ ਗਿਆ। ਅਨੁਪ੍ਰਾਸ ਅਲੰਕਾਰ, ਅਲੰਕਾਰ ਉਹ ਹੁੰਦੇ ਆ ਜੋ ਚੀਜ਼ ਨੂੰ ਸੋਹਣਾ ਬਣਾਉਂਦੇ ਹੈਗੇ, ਭਾਵ ਕਿ ਚੀਜ਼ ਨੂੰ ਨਿਖਾਰਦੇ ਨੇ, ਉਹ ਅਲੰਕਾਰ ਹੁੰਦੇ ਨੇ। ਸੋ ਅਨੁਪ੍ਰਾਸ ਅਲੰਕਾਰ, ਜਿਸ ਤਰ੍ਹਾਂ ਇੱਕ ਇਹਨਾਂ ਦੀ ਦੋ ਕਲੈਣਾ ਮੇਰੇ ਚੇਤੇ ਨੇ, ਉਹ ਇਹਨਾਂ ਨੇ ਲਿਖੀਆਂ ਸੀਗੀਆਂ ਕਿ ਬਲਾਂ ਵਾਲੀਆਂ ਉਸ ਦੀਆਂ ਬਾਲੀਆਂ ਨੇ ਲੁੱਟ ਲਿਆ ਜਹਾਨ ਦੇ ਬਾਲੀਆਂ ਨੂੰ। ਸੋ ਬਲਾਂ, ਬਾਲੀਆਂ, ਬਾਲੀਆਂ, ਇਹ ਕਿੰਨੀ ਵਾਰੀ ਸ਼ਬਦ ਹੈ, ਇਹ ਅਨੁਪ੍ਰਾਸ ਅਲੰਕਾਰ ਹੁੰਦੇ ਆ। ਕਿਸੇ ਸ਼ਬਦ ਦਾ ਕਿਸੇ ਕਵਿਤਾ, ਕਿਸੇ ਕਿੱਸੇ ਦੇ ਵਿੱਚ ਬਾਰ-ਬਾਰ ਜਦੋਂ ਪ੍ਰਯੋਗ ਹੁੰਦਾ ਹੈ ਤਾਂ ਉਹ ਅਨੁਪ੍ਰਾਸ ਅਲੰਕਾਰ ਉਹਨੂੰ ਆਖਦੇ ਹੈਗੇ। ਇਹਨਾਂ ਨੇ ਸੱਸੀ, ਹੀਰ ਰਾਂਝਾ, ਲੈਲਾ ਮਜਨੂ, ਯੂਸਫ ਜ਼ੁਲੈਖਾਂ ਦੇ ਕਿੱਸੇ ਲਿਖੇ ਨੇ। ਅੱਗੇ ਮੀਆਂ ਮੁਹੰਮਦ ਬਖਸ਼, 1829 ਈਸਵੀ ਦੇ ਵਿੱਚ ਜਨਮ ਹੋਇਆ, 1904 ਈਸਵੀ ਵਿੱਚ ਇਹਨਾਂ ਦੀ ਮੌਤ ਹੋਈ ਹੈਗੀ। ਸੈਫਲ ਮਲੂਕ ਦਾ ਕਿੱਸਾ ਹੈਗਾ ਜਿਹੜਾ ਪੰਜਾਬੀ ਕਿੱਸਾ ਕਾਵਿ ਦਾ ਸਭ ਤੋਂ ਵੱਡਾ ਕਿੱਸਾ ਹੈਗਾ ਸੈਫਲ ਮਲੂਕ, ਜਿਸ ਦੇ 9128 ਬੈਂਤ ਨੇ, ਤੇ ਇਹਦੇ ਕਿੱਸੇ ਦੇ ਵਿੱਚ ਇਹਨਾਂ ਨੇ 60 ਕਿੱਸਾਕਾਰਾਂ ਬਾਰੇ ਜੋ ਟਿੱਪਣੀਆਂ ਕੀਤੀਆਂ ਨੇ। ਆਪਾਂ ਪਹਿਲਾਂ ਵੀ ਇੱਕ ਕਿੱਸਾਕਾਰ ਦੀ ਗੱਲ ਕੀਤੀ ਹੈ ਕਿ ਉਹਨੇ ਵੀ ਟਿੱਪਣੀਆਂ ਕੀਤੀਆਂ ਸੀ। ਸੋ ਮੀਆਂ ਮੁਹੰਮਦ ਬਖਸ਼ ਨੇ ਵੀ ਆਪਣੇ ਕਿੱਸੇ ਦੇ ਵਿੱਚ ਵਿਸਤਾਰ ਦੇ ਨਾਲ ਵੱਖ-ਵੱਖ ਕਿੱਸਾਕਾਰਾਂ ਬਾਰੇ ਟਿੱਪਣੀਆਂ ਕੀਤੀਆਂ ਨੇ। ਇਹ ਯਾਦ ਰੱਖਣ ਵਾਲੀਆਂ ਗੱਲਾਂ ਨੇ। ਅੱਗੇ ਕਿਸ਼ਨ ਸਿੰਘ ਆਰਫ, 1836 ਈਸਵੀ ਦੇ ਵਿੱਚ ਜਨਮ ਹੋਇਆ, 1900 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਇਹਨਾਂ ਨੇ ਕਲੀਆਂ ਦੇ ਵਿੱਚ ਹੀਰ ਲਿਖੀ ਸੀ। ਇਹਨਾਂ ਦੀ ਹੀਰ ਵੀ ਬਹੁਤ ਮਸ਼ਹੂਰ ਹੋਈ ਸੀ, ਜਿਵੇਂ ਕਿਸੇ ਨੇ ਬੈਂਤ ਛੰਦ ਦੇ ਵਿੱਚ ਲਿਖੀ, ਕਿਸੇ ਨੇ ਦਵਈਆ ਛੰਦ ਦੇ ਵਿੱਚ ਲਿਖੀ, ਪਰ ਇਹਨਾਂ ਦੀ ਹੀਰ ਸੀ ਜੋ ਉਹ ਕਲੀਆਂ ਦੇ ਵਿੱਚ ਲਿਖੀ ਗਈ ਸੀ। ਇਹ ਵੱਖਰੀ ਗੱਲ ਸੀ ਇਹਨਾਂ ਦੀ ਹੀਰ ਵਿੱਚ। ਦੁੱਲਾ ਭੱਟੀ ਦਾ ਕਿੱਸਾ ਇਹਨਾਂ ਨੇ ਪਹਿਲੀ ਵਾਰੀ ਪੰਜਾਬੀ ਦੇ ਵਿੱਚ ਲਿਖਿਆ। ਤੇ ਵੀਰ ਰਸ ਦਾ ਮੋਢੀ ਕਿੱਸੇ ਵਿੱਚ, ਕਿੱਸਾ ਕਾਵਿ ਦੇ ਵਿੱਚ ਜੇ ਵੀਰ ਰਸ ਨੂੰ ਲੈ ਕੇ ਆਇਆ ਤਾਂ ਉਹ ਦੁੱਲਾ ਭੱਟੀ ਦੇ ਕਿੱਸੇ ਰਾਹੀਂ ਕਿਸ਼ਨ ਸਿੰਘ ਆਰਫ ਲੈ ਕੇ ਆਇਆ ਸੀ। ਇਹ ਵੀ ਯਾਦ ਰੱਖਣ ਵਾਲੀ ਹੈ। ਸੋ ਇਹਨਾਂ ਨੇ ਛੰਦ ਜੋ ਵਰਤੇ, ਕੋਰੜੇ, ਕੁੰਡਲੀਏ, ਬੁਝਾਰਤਾਂ ਲਿਖੀਆਂ, ਇਹਨਾਂ ਨੇ ਕਾਫੀਆਂ ਲਿਖੀਆਂ, ਬਾਰਾਂਮਾਂ ਲਿਖੀਆਂ। ਸੋ ਇਹਨਾਂ ਦੁਆਰਾ ਇਹ ਕਾਵਿ ਰੂਪ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਰਚਨਾਵਾਂ ਕੀਤੀਆਂ। ਸੋ ਅਗਲਾ ਕਿੱਸਾਕਾਰ ਹੈ ਉਹ ਹਦਾਇਤੁੱਲਾ ਸੀ, 1838 ਈਸਵੀ ਦੇ ਵਿੱਚ ਜਨਮ ਹੋਇਆ, 1929 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਇਹਨਾਂ ਨੇ ਵੀ ਹੀਰ ਲਿਖੀ ਹੈ, ਬਾਰਾਂਮਾਹ ਤੇ ਦੋੜੇ ਵੀ ਲਿਖੇ ਹੈ। ਇਹਨਾਂ ਬਾਰੇ ਜੋ ਖਾਸ ਗੱਲ ਹੈ ਉਹ ਇਹ ਸੀ ਕਿ ਇਹਨਾਂ ਨੇ ਵਾਰਿਸ ਸ਼ਾਹ ਨੂੰ ਪੜ੍ਹਿਆ, ਉਹਨੂੰ ਰੱਟਿਆ, ਉਹਦੇ ਜਿਹੇ ਬੈਂਤ ਲਿਖ ਕੇ ਇਹਨੇ ਉਹਦੀ ਹੀ ਹੀਰ ਨੂੰ ਬਹੁਤ ਵਧਾ ਚੜ੍ਹਾ ਕੇ ਲਿਖਤਾ, ਭਾਵ ਕਿ ਵੱਡੀ ਹੀਰ ਜੋ ਦੱਸਿਆ ਜਾਂਦਾ ਹੈਗਾ, ਵੱਡੀ ਤੇ ਅਸਲੀ ਹੀਰ ਦੇ ਨਾਂ ਹੇਠ ਕੁਝ ਕੁ ਹੀਰ ਸ਼ਬਦ ਹੀ ਰਹੀ ਆ ਕੁਝ ਕੁ ਟਾਈਮ, ਤਾਂ ਉਹ ਹਦਾਇਤੁੱਲਾ ਦੀ ਮਿਹਰਬਾਨੀ ਹੀ ਮੰਨਦੇ ਹੈਗੇ। ਇਹਦੇ ਬਾਰੇ ਜੋ ਸਾਡੇ ਆਲੋਚਕ ਨੇ ਕਿ ਹਦਾਇਤੁੱਲਾ ਨੇ ਉਹਦੇ ਵਿੱਚ ਇੰਨਾ ਰਲਾ ਕਰਤਾ ਸੀਗਾ ਵੀ ਵਾਰਿਸ ਸ਼ਾਹ ਦੀ ਹੀਰ ਨੂੰ ਲੈ ਕੇ ਉਹਦੇ ਵਿੱਚ ਆਪਣੇ ਕੋਲੋਂ ਜੋੜ ਕੇ ਬੈਂਤ ਲਿਖਤੇ, ਭਾਵ ਕਿ ਉਹਦਾ ਜੋ ਰੂਪ ਸੀ ਉਹ ਦੁੱਗਣਾ ਹੋ ਗਿਆ। ਸੋ ਇਹ ਇੱਕ ਘੁਸਪੈਠੀਆ ਕਿੱਸਾਕਾਰ ਹੈਗਾ ਪੰਜਾਬੀ ਦਾ। ਅੱਗੇ ਭਗਵਾਨ ਸਿੰਘ ਹੈ, 1842 ਈਸਵੀ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ, 1902 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈਗੀ। ਇਹਨਾਂ ਦਾ ਪਿੰਡ ਮਹਿਰਾਜ ਸੀਗਾ ਜਿੱਥੇ ਇਹਨਾਂ ਦਾ ਜਨਮ ਹੋਇਆ। ਇਹਨਾਂ ਨੇ ਹੀਰ ਕਵਿਤਾਂ ਵਿੱਚ ਲਿਖੀ ਅਤੇ ਮਾਲਵੇ ਦਾ ਵਾਰਿਸ ਸ਼ਾਹ ਇਹਨੂੰ ਕਿਹਾ ਜਾਂਦਾ ਹੈਗਾ। ਮਲਵਈ ਉਪਬੋਲੀ ਦੇ ਵਿੱਚ, ਉਪਭਾਸ਼ਾ ਦੇ ਵਿੱਚ ਇਹਨਾਂ ਨੇ ਹੀਰ ਲਿਖੀ ਸੀ ਅਤੇ ਮਾਲਵੇ ਦਾ ਵਾਰਿਸ ਸ਼ਾਹ ਇਹਨਾਂ ਨੂੰ ਕਿਹਾ ਗਿਆ। ਸੋ ਇਹਨਾਂ ਦੇ ਕਵਿਤ ਸੀ ਜੋ ਬਹੁਤ ਚੱਲੇ,
ਬਹੁਤ ਗਾਈ ਗਈ ਇਹਨਾਂ ਦੀ ਹੀਰ ਸੀ, ਜੋ ਮਾਲਵੇ ਖੇਤਰ ਦੇ ਵਿੱਚ ਜ਼ਿਆਦਾਤਰ। ਜਿਉਣਾ ਮੋੜ ਦਾ ਕਿੱਸਾ ਇਹਨਾਂ ਨੇ ਪਹਿਲੀ ਵਾਰੀ ਲਿਖਿਆ, ਤੇ ਹੋਰ ਕਿੱਸਿਆਂ ਦੇ ਵਿੱਚ ਇਹਨਾਂ ਨੇ ਸੋਹਣੀ ਮਹੀਵਾਲ ਤੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਸੀ ਜੋ ਉਹ ਲਿਖੇ ਸੀ। ਅੱਗੇ ਬੂਟਾ ਗੁਜਰਾਤੀ, 1836 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ, 1919 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ। ਸੋ ਇਹਨਾਂ ਨੇ ਰੋਡਾ ਜਲਾਲੀ, ਸੁਲਤਾਨ ਮਹਿਮੂਦ ਇਹ ਕਿੱਸੇ ਲਿਆਉਣ ਦੇ ਵਿੱਚ ਪਹਿਲ ਕੀਤੀ। ਅੱਗੇ 5 ਗਜ ਬੂਟਾ ਤੇ ਸ਼ੀ ਹਰਫੀ ਸੋਝ ਦਿਲ, ਇਹ ਇਹਨਾਂ ਦੀਆਂ 2 ਹੋਰ ਰਚਨਾਵਾਂ ਨੇ। ਅੱਗੇ ਗੁਲਾਮ ਰਸੂਲ ਹੈ, 1849 ਈਸਵੀ ਵਿੱਚ ਜਨਮ ਹੋਇਆ, 1892 ਈਸਵੀ ਦੇ ਵਿੱਚ ਮੌਤ ਹੋਈ। ਯੂਸਫ ਜ਼ਲੈਖਾਂ, ਸੋ ਜੋ ਯੂਸਫ ਜ਼ਲੈਖਾਂ ਦਾ ਕਿੱਸਾ ਸੀ ਉਹ ਇਹਨਾਂ ਦਾ ਬਹੁਤ ਹੀ ਮਸ਼ਹੂਰ ਕਿੱਸਾ ਸੀ, ਜੋ ਕਿ ਇਹਨਾਂ ਨੇ ਬੈਂਤ ਛੰਦ ਦੇ ਵਿੱਚ ਲਿਖਿਆ। ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਬਾਰੇ ਸ਼ਾਹ ਨੇ ਜੋ ਹੀਰ ਲਿਖੀ ਉਹ ਚੱਲੀ, ਪੀਲੂ ਦਾ ਮਿਰਜ਼ਾ ਸਾਹਿਬਾਂ ਚੱਲਿਆ, ਫਜ਼ਲ ਸ਼ਾਹ ਨੇ ਸੋਹਣੀ ਲਿਖੀ, ਹਾਸ਼ਮ ਨੇ ਸੱਸੀ ਲਿਖੀ। ਸੋ ਗੁਲਾਮ ਰਸੂਲ ਦਾ ਸੀ ਜੋ ਉਹ ਯੂਸਫ ਜ਼ਲੈਖਾਂ ਬੜੀ ਮਸ਼ਹੂਰ ਹੋਈ ਉਹ। ਸੋ ਇਹ ਕੁਝ ਕੁ ਕਿੱਸਾਕਾਰ ਸੀ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਇਹ ਬੜੇ ਮਸ਼ਹੂਰ, ਜੋ ਇਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਏ ਉਹ ਕਿਸੇ। ਅੱਗੇ ਸਾਧੂ ਸਦਾ ਰਾਮ ਹੈਗਾ, 1861 ਈਸਵੀ ਦੇ ਵਿੱਚ ਜਨਮ ਹੋਇਆ, 1932 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ। ਇਹਨਾਂ ਨੇ ਸੋਹਣੀ ਮਹੀਵਾਲ ਦਾ ਕਿੱਸਾ ਕਵਿਤਕ ਛੰਦ ਦੇ ਵਿੱਚ ਲਿਖਿਆ ਸੀ। ਇਹਨਾਂ ਨੇ ਵੀ ਉਪ ਭਾਸ਼ਾ ਜੋ ਉਹ ਮਲਵਈ ਵਰਤੀ ਸੀ। ਅਗਲਾ ਕਿੱਸਾਕਾਰ ਸਾਧੂ ਦਇਆ ਸਿੰਘ ਹੈ, ਇਹਨਾਂ ਨੇ ਜ਼ਿੰਦਗੀ ਬਿਲਾਸ ਦਾ ਕਿੱਸਾ ਲਿਖਿਆ। ਇਹ ਵੀ ਮਸ਼ਹੂਰ ਕਿੱਸਾ ਸੀਗਾ ਇੱਕ। ਜ਼ਿੰਦਗੀ ਬਿਲਾਸ ਦੇ ਵਿੱਚ ਇਹਨਾਂ ਨੇ ਉਮਰ ਦੇ ਵੱਖ-ਵੱਖ ਪੜਾਵਾਂ ਦੀ ਗੱਲ ਕੀਤੀ ਸੀ। ਪਹਿਲੇ ਸਾਲ ਤੋਂ ਲੈ ਕੇ 90, 95, 100 ਸਾਲ ਤੱਕ ਇਹਨਾਂ ਨੇ ਉਹਦੇ ਵਿੱਚ ਲਿਖਿਆ ਵੀ 19 ਸਾਲ ਦੇ ਵਿੱਚ ਬੰਦਾ ਕੀ ਕਰਦਾ, 25 ਦੇ ਵਿੱਚ ਕੀ ਕਰਦਾ, ਇਸ ਤਰ੍ਹਾਂ ਸੀ। ਜਿਸ ਤਰ੍ਹਾਂ ਇੱਕ ਉਹ ਲਾਈਨ ਵੀ ਸੀ ਇਹਨਾਂ ਦੀ, ਜੋ ਗੁਰਦਾਸ ਮਾਨ ਨੇ ਇੱਕ ਟੱਪਾ ਇਹਨਾਂ ਦਾ ਗਾਇਆ ਸੀ ਕਿ ਦਇਆ ਸਿੰਘ ਅਠੋਤਰੀ ਪਕੜਮਾਲਾ, ਭੁੱਲ ਰੱਬ ਤੋਂ ਫੇਰ ਬਖਸ਼ਾਉਣ ਲੱਗਾ। ਸੋ ਇਹ ਗੱਲਾਂ ਕਈ ਵਾਰੀ ਯਾਦ ਆ ਜਾਂਦੀਆਂ ਨੇ, ਉਹ ਤਾਂ ਹੀ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਵੀ ਤੁਹਾਡੇ ਚੀਜ਼ਾਂ ਨੇ ਜੋ ਸੌਖੀਆਂ ਯਾਦ ਰਹਿ ਜਾਣ। ਅਗਲਾ ਕਿੱਸਾਕਾਰ ਮੌਲਾ ਬਖਸ਼ ਕੁਸ਼ਤ ਹੈ, ਇਹਨਾਂ ਨੇ ਹੀਰ ਲਿਖੀ ਸੀ ਤੇ ਇਹਨਾਂ ਨੂੰ ਵੀ ਪੰਜਾਬੀ ਦਾ ਪਹਿਲਾ ਗਜ਼ਲਕਾਰ ਕਿਹਾ ਜਾਂਦਾ ਹੈ। ਵੀ ਪੰਜਾਬੀ ਦੇ ਵਿੱਚ ਜੇਕਰ ਪਹਿਲਾਂ ਗਜ਼ਲਾਂ ਲਿਖੀਆਂ ਸੀ ਤਾਂ ਉਹ ਮੌਲਾ ਬਖਸ਼ ਕੁਸ਼ਤਾ ਨੇ ਹੀ ਲਿਖੀਆਂ ਸੀ। ਪੰਡਿਤ ਕਿਸ਼ੋਰ ਚੰਦ, 70 ਤੋਂ ਵੱਧ ਕਿੱਸੇ ਲਿਖੇ ਨੇ ਇਹਨਾਂ ਨੇ। ਇਹਨਾਂ ਨੂੰ 20ਵੀਂ ਸਦੀ ਦਾ ਅਹਿਮਦ ਯਾਰ ਕਿਹਾ ਜਾਂਦਾ ਹੈ। ਅਹਿਮਦ ਯਾਰ ਨੇ 35-40 ਕਿੱਸੇ ਲਿਖੇ ਸੀ ਆਪਣੇ ਸਮੇਂ ਦੇ ਵਿੱਚ, ਪਰ ਪੰਡਿਤ ਕਿਸ਼ੋਰ ਚੰਦ ਨੇ ਵੀ ਕੋਈ ਕਿੱਸਾ ਨਹੀਂ ਛੱਡਿਆ। ਇਹਨਾਂ ਨੇ ਵੀ ਜੋ ਚੀਜ਼ ਆਈ ਗਈ ਇਹਨਾਂ ਨੇ ਲਿਖੀ ਗਏ ਬਸ ਉਹਦੇ ਬਾਰੇ। 70 ਤੋਂ ਵੱਧ ਕਿੱਸੇ ਲਿਖੇ ਸੀ। 20ਵੀਂ ਸਦੀ ਦਾ ਅਹਿਮਦ ਯਾਰ ਕਿਹਾ ਗਿਆ ਇਹਨਾਂ ਨੂੰ। ਇਹਨਾਂ ਦੀ ਜੋ ਉਪਭਾਸ਼ਾ ਸੀ ਉਹ ਮਲਵਈ ਦੇ ਵਿੱਚ ਹੀ ਜ਼ਿਆਦਾ ਕਿੱਸੇ ਲਿਖੇ ਇਹਨਾਂ ਨੇ। ਅੱਗੇ ਧਨੀ ਰਾਮ ਚਾਤਰਿਕ ਸੀ, ਇਹਨਾਂ ਨੇ ਭਰਥਰੀ ਹਰੀ ਦਾ ਕਿੱਸਾ ਲਿਖਿਆ। ਅੱਗੇ ਵਿਧਾਤਾ ਸਿੰਘ ਧੀਰ ਹੈ, ਇਹਨਾਂ ਨੇ ਰੂਪ ਰਾਣੀ ਸਕੁੰਤਲਾ ਤੇ ਨਾਲ ਦਮਯੰਤੀ ਦੇ ਕਿੱਸੇ ਲਿਖੇ ਹੈ। ਅੱਗੇ ਸੂਬਾ ਸਿੰਘ ਹੈ, ਇਹਨਾਂ ਦੀ ਹੀਰ ਸੀ ਜੋ ਹਾਸ ਰਸ ਦੇ ਵਿੱਚ ਸੀ। ਬਸ ਇਸੇ ਤਰ੍ਹਾਂ ਹੀ ਸੀ, ਹੀਰ ਨੂੰ ਵੱਖ-ਵੱਖ ਕਿੱਸਾਕਾਰਾਂ ਨੇ ਆਪਣੇ ਆਪਣੇ ਅੰਦਾਜ਼ ਦੇ ਵਿੱਚ ਲਿਖਿਆ, ਪਰ ਜੇ ਸੂਬਾ ਸਿੰਘ ਦੀ ਹੀਰ ਸੀ ਉਹ ਬਿਲਕੁਲ ਵੱਖਰੇ ਅੰਦਾਜ਼ ਦੇ ਵਿੱਚ ਸੀ। ਉਹ ਹਾਸ ਰਸ ਇਹਨਾਂ ਨੇ ਜੋ ਉਹਦੇ ਵਿੱਚ ਵਰਤਿਆ ਸੀਗਾ। ਸੋ ਇਹ ਸਾਰੇ ਕਿੱਸਾਕਾਰ ਨੇ, ਇਹਨਾਂ ਬਾਰੇ ਤੁਸੀਂ ਪੜ੍ਹਨਾ ਹੈਗਾ। ਇਹਨਾਂ ਨੂੰ ਲਿਖ ਲਿਓ, ਜ਼ਿਆਦਾਤਰ ਨੋਟਸ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਆਪਣੇ ਕੋਲੇ, ਤਾਂ ਕਿ ਜਦੋਂ ਪੇਪਰ ਹੋਣ ਤਾਂ ਪੜ੍ਹਨ ਦੇ ਵਿੱਚ ਤੁਹਾਨੂੰ ਆਸਾਨੀ ਹੋਵੇ। ਸੋ ਇਸ ਤੋਂ ਬਾਅਦ ਆਪਾਂ ਕੁਝ ਕੁ ਨੇ ਜੋ UGC ਨੈੱਟ ਦੇ ਵਿੱਚ ਕੁਐਸਚਨ ਆਏ ਨੇ ਉਹਨਾਂ ਬਾਰੇ ਗੱਲ ਕਰਾਂਗੇ। ਹੋਰ ਜੋ ਇਦੋਂ ਬਾਅਦ ਗੱਲਾਂ ਰਹਿੰਦੀਆਂ ਨੇ ਜਾਂ ਹੋ ਸਕਦਾ ਇਹਨਾਂ ਕਿੱਸਿਆਂ ਦੇ ਵਿੱਚ, ਮੈਂ ਚਾਹੁੰਦਾ ਵੀ ਤੁਸੀਂ ਆਪਣੇ ਕੋਲੋਂ ਲਿਖ ਲਿਓ। ਜਿਸ ਤਰ੍ਹਾਂ ਸ਼ੀ ਹਰਫੀ ਕਿਹੜੇ ਕਿੱਸਾਕਾਰਾਂ ਨੇ ਲਿਖੀ, ਨਹੀਂ ਮੈਂ ਕੋਸ਼ਿਸ਼ ਕਰੂੰਗਾ ਵੀ ਅਗਲੇ ਲੈਕਚਰ ਦੇ ਵਿੱਚ ਇਹਨਾਂ ਸਭ ਬਾਰੇ ਪਾ ਦੂੰਗਾ ਵੀ ਦੁਬਈਆ ਛੰਦ ਕਿਹੜੇ ਕਿੱਸਾਕਾਰ ਨੇ ਵਰਤਿਆ, ਸ਼ੀ ਹਰਫੀ ਕਿੰਨਾ ਨੇ ਲਿਖੀ ਹੈਗੀ। ਸੋ ਇਸ ਤਰ੍ਹਾਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ।